ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਰੋਜ਼ਾਨਾ ਹੀ ਅਸੀਂ ਸ਼ਹੀਦਾਂ ਦੀ ਯਾਦ ਦੇ ਵਿੱਚ ਜੋ ਹਫ਼ਤਾ ਚੱਲ ਰਿਹਾ ਹੈ, ਇਤਿਹਾਸ ਆਪ ਜੀ ਨਾਲ ਸਾਂਝਾ ਕਰੀਦਾ ਹੈ। ਅੱਜ ਦਾ ਇਤਿਹਾਸ ਜੋ ਹੈ ਉਹ 10 ਪੋਹ 1761 ਈਸਵੀ ਯਾਨੀ ਕਿ ਅੰਗਰੇਜ਼ੀ ਮਹੀਨੇ ਦੀ 24 ਦਸੰਬਰ 1704 ਦਾ ਦਿਨ ਸੀ ਅਤੇ ਸ਼ਨੀਵਾਰ ਦਾ ਦਿਹਾੜਾ ਸੀ। ਗੁਰੂ ਪਿਆਰਿਓ, ਅੱਜ ਦਾ ਜਿਹੜਾ ਇਤਿਹਾਸ ਆਪ ਜੀ ਨਾਲ ਸਾਂਝਾ ਕੀਤਾ ਜਾਣਾ, ਸਭ ਤੋਂ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਤੋਂ ਆਰੰਭ ਕਰਾਂਗੇ। ਦੂਸਰੇ ਪਾਸੇ ਦਸਮ ਪਾਤਸ਼ਾਹ ਨੇ ਜਿਸ ਤਰ੍ਹਾਂ ਸਫ਼ਰ ਕੀਤਾ, ਉਹ ਹੁਣ ਤਰੀਕਾਂ ਦੇ ਨਾਲ ਨਹੀਂ ਚੱਲੇਗਾ, ਉਹ ਉਹਨਾਂ ਦੀਆਂ ਘਟਨਾਵਾਂ ਦੇ ਨਾਲ ਚੱਲੇਗਾ। ਦਸਮ ਪਾਤਸ਼ਾਹ ਦੇ ਸੰਬੰਧ ਵਿੱਚ ਜੋ ਆਪਾਂ ਜਾਣਕਾਰੀ ਦੇਣੀ ਹੈ, ਉਹ ਆਪ ਜੀ ਇਸ ਮੁਤਾਬਕ ਤਰੀਕਾਂ ਦੇ ਨਾਲ ਨਹੀਂ ਜੋੜਨ ਦੀ ਕਿਰਪਾਲਤਾ ਕਰੋ। ਗੁਰੂ ਪਿਆਰਿਓ, 9 ਪੋਹ ਨੂੰ ਦੋਵੇਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਵਿਖੇ ਰਾਤ ਨੂੰ ਲਿਆਂਦਾ ਗਿਆ ਅਤੇ 10 ਪੋਹ ਨੂੰ ਸਵੇਰੇ ਵਜ਼ੀਰ ਖਾਂ ਦੇ ਕੋਲ ਪੇਸ਼ ਕੀਤਾ ਜਾਣਾ ਸੀ। ਛੋਟੇ ਸਾਹਿਬਜ਼ਾਦਿਆਂ ਦੀ ਭਾਵ ਇਹ ਪਹਿਲੀ ਪੇਸ਼ੀ ਦਾ ਦਿਹਾੜਾ ਮੰਨਿਆ ਜਾਂਦਾ ਹੈ। ਮਾਤਾ ਜੀ ਨੇ ਗੰਗੂ ਨੂੰ ਗ੍ਰਿਫਤਾਰੀ ਵੇਲੇ ਗੁੱਸੇ ਦੇ ਵਿੱਚ ਕਿਹਾ ਸੀ, ਗੰਗਿਆ, ਜਿਸ ਪੈਸੇ ਦੀ ਖਾਤਰ ਤੂੰ ਮੈਨੂੰ ਤੇ ਮੇਰੇ ਛੋਟੇ ਲਾਲਾ ਨੂੰ ਗ੍ਰਿਫਤਾਰ ਕਰਾਇਆ ਹੀ, ਇਹੀ ਪੈਸਾ ਤੇਰੀ ਮੌਤ ਦਾ ਕਾਰਨ ਬਣੇਗਾ। ਔਰ ਹੋਇਆ ਵੀ ਅੰਤ ਵਿੱਚ ਉਹੀ। ਹੁਣ ਦੂਜੇ ਪਾਸੇ ਜਾਨੀ ਖਾਂ ਤੇ ਮਾਨੀ ਖਾਂ ਜੋ ਮੋਰਿੰਡੇ ਦਾ ਹਾਕਮ ਸਨ, ਵਜ਼ੀਰ ਖਾਂ ਦੇ ਦਰਬਾਰ ਵਿੱਚ ਪੁੱਜੇ ਤੇ ਕਿਹਾ, ਸਰਕਾਰ, ਖੁਸ਼ਖਬਰੀ ਹੈ, ਜਿਸ ਨੇ ਤੁਹਾਡੇ ਬੰਦਿਆਂ ਨੂੰ ਤੀਰਾਂ ਨਾਲ ਵਿੰਨਿਆ ਹੈ, ਤੁਹਾਨੂੰ ਕਾਫੀ ਸਮੇਂ ਤੋਂ ਪਰੇਸ਼ਾਨ ਕਰ ਰਿਹਾ ਹੈ, ਉਸ ਦੇ 2 ਛੋਟੇ ਪੁੱਤਰ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਤੇ ਬੁੱਢੜੀ ਮਾਂ ਨੂੰ ਗੁਜਰੀ ਨੂੰ ਅਸੀਂ ਮੋਰਿੰਡੇ ਤੋਂ ਪਕੜ ਕੇ ਤੁਹਾਡੇ ਕੋਲ ਸਰਹੰਦ ਲੈ ਕੇ ਆਏ। ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਵਜ਼ੀਰ ਖਾਂ ਇਹ ਸੁਣ ਕੇ ਖੁਸ਼ ਹੋ ਗਿਆ ਤੇ ਵਜ਼ੀਰ ਖਾਂ ਕਹਿਣ ਲੱਗਾ, ਹੁਣ ਦੇਖਾਂਗਾ ਕਿ ਹਕੂਮਤ ਦਾ ਬਾਗੀ ਗੁਰੂ ਆਪਣੇ ਪੁੱਤਰਾਂ ਦੇ ਮੋਹ ਦਾ ਬੱਦਾ ਸਾਡੇ ਕੋਲ ਕਿਵੇਂ ਨਹੀਂ ਆਉਂਦਾ। ਪਰ ਇਸ ਮੂਰਖ ਨੂੰ ਇਹ ਨਹੀਂ ਪਤਾ ਕਿ ਉਹ ਤਾਂ ਪੁੱਤਰਾਂ ਦੀਆਂ ਲਾਸ਼ਾਂ ਦੇਖ ਕੇ ਉੱਪਰ ਕੱਪੜੇ ਵੀ ਨਹੀਂ ਪਾਉਣ ਦਿੰਦਾ। ਇਹ ਕਹਿੰਦਾ ਇਹ ਮਿੱਟੀ ਹੈ, ਮਿੱਟੀ ਨਾਲ ਮੋਹ ਕੀ ਕਰਨਾ। ਕਦੀ ਸਮਾਂ ਸੀ ਕਿ ਜਦੋਂ ਸਰਹੰਦ ਦਾ ਸ਼ਹੀਦੀ ਜੋੜ ਮੇਲ ਮਨਾਇਆ ਜਾਂਦਾ ਸੀ ਤੇ ਆਲੇ ਦੁਆਲੇ ਦੇ 200 ਲਗਭਗ 200 ਪਿੰਡਾਂ ਦੇ ਲੋਕ ਘਰਾਂ ਵਿੱਚ ਬਿਸਤਰੇ 'ਤੇ ਨਹੀਂ ਸਨ ਸੌਂਦੇ, ਸਗੋਂ ਹੇਠਾਂ ਜ਼ਮੀਨਾਂ 'ਤੇ ਸੌਂਦੇ ਸਨ, ਕਿਉਂਕਿ ਉਹ ਕਹਿੰਦੇ ਸਨ ਕਿ ਇਹਨਾਂ ਦਿਨਾਂ ਵਿੱਚ ਸਾਡੀ ਮਾਂ ਤੇ ਗੁਰੂ ਦੇ ਛੋਟੇ ਛੋਟੇ ਲਾਲ ਠੰਡੇ ਬੁਰਜ ਤੇ ਜ਼ਮੀਨ 'ਤੇ ਪਏ ਸਨ ਤੇ ਸਾਨੂੰ ਵੀ ਉਸ ਦਾ ਅਹਿਸਾਸ ਹੋਣਾ ਚਾਹੀਦਾ ਹੈ। ਤਾਂ ਨਾ ਹੀ ਉੱਚੀ ਹੱਸਦੇ ਸਨ, ਸਗੋਂ ਸੰਗਤਾਂ ਦੇ ਲਈ ਸੜਕਾਂ ਦੇ ਉੱਪਰ ਲੰਗਰ ਲਗਾ ਕੇ ਸਿਮਰਨ ਸੇਵਾ ਕਰਦੇ ਸਨ। ਚਾਹੇ ਅੱਜ ਸਾਡੀਆਂ ਧਾਰਮਿਕ ਕਮੇਟੀਆਂ ਨੇ ਇਸ ਨੂੰ ਮੇਲਾ ਬਣਾ ਕੇ ਰੱਖ ਦਿੱਤਾ ਹੈ ਔਰ ਅਸਲੀ ਮੰਤਵ ਤੋਂ ਖੁੰਝਾ ਦਿੱਤਾ ਹੈ, ਇਸ ਨੂੰ ਰਾਜਨੀਤਿਕ ਤੌਰ 'ਤੇ ਰੰਗਤ ਦੇ ਦਿੱਤੀ ਗਈ ਹੈ। ਇਹ ਠੰਡਾ ਬੁਰਜ ਕਿਉਂ ਸੀ? ਜਦੋਂ ਅਸੀਂ ਇਸ ਠੰਡੇ ਬੁਰਜ ਦੇ ਕੋਲ ਖਲੋ ਕੇ ਦੇਖਦੇ ਹਾਂ ਤਾਂ ਸਾਨੂੰ ਉੱਤਰ ਵਾਲੀ ਬਾਹੀ 'ਤੇ ਮੁਸਲਮਾਨਾਂ ਦੇ ਮਕਬਰੇ ਦਿਸਦੇ ਹਨ। ਤੁਹਾਨੂੰ ਪਤਾ ਹੈ ਕਿ ਜਦੋਂ ਅਸੀਂ ਸ਼ਹਿਰ ਜਾਂਦੇ ਹਾਂ ਤਾਂ ਉੱਥੇ ਸ਼ੇਖ ਅਹਿਮਦ ਸਰਹੰਦੀ ਦਾ ਮਕਬਰਾ ਹੈ, ਜਿਸ ਨੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਉਣ ਲਈ ਪੂਰਾ ਜ਼ੋਰ ਲਾ ਦਿੱਤਾ ਸੀ। ਪਰ ਸਿੱਖਾਂ ਨੇ ਇਹ ਮਕਬਰੇ ਅੱਜ ਵੀ ਨਹੀਂ ਢਾਏ। ਸਿਰਫ ਜ਼ਾਲਮ ਵਜ਼ੀਰ ਖਾਂ ਦਾ ਕਿਲ੍ਹਾ ਢਾਇਆ ਹੈ। ਇਸ ਠੰਡੇ ਬੁਰਜ ਤੋਂ ਹੇਠਾਂ ਇੱਕ ਬਰਸਾਤੀ ਨਦੀ ਵਗਿਆ ਕਰਦੀ ਸੀ। ਜਦੋਂ ਗਰਮੀਆਂ ਦੇ ਵਿੱਚ ਹਵਾ ਪਾਣੀ ਨੂੰ ਸਪਰਸ਼ ਕਰਕੇ ਆਉਂਦੀ ਸੀ ਤਾਂ ਬੁਰਜ ਨੂੰ ਗਰਮੀ ਵਿੱਚ ਵੀ ਠੰਡਾ ਰੱਖਦੀ ਹੁੰਦੀ ਸੀ। ਕਈ ਇਤਿਹਾਸਕਾਰਾਂ ਨੇ ਤਾਂ ਆਪਣੀ ਕਿਤਾਬਾਂ ਦੇ ਵਿਚਕਾਰ ਇਹ ਵੀ ਲਿਖਿਆ ਹੈ, ਆਪਣੀਆਂ ਲਿਖਤਾਂ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਇਸ ਬੁਰਜ ਦੀ ਉਚਾਈ ਉਸ ਸਮੇਂ 140 ਫੁੱਟ ਜ਼ਮੀਨ ਤੋਂ ਉੱਚੀ ਸੀ, ਪਰ ਅੱਜ ਇਹ ਉਚਾਈ ਜਿਹੜੀ ਹੈ ਉਹ ਲਗਭਗ 20 ਤੋਂ 25 ਫੁੱਟ ਦੇ ਕਰੀਬ ਰਹਿ ਗਈ ਹੈ। ਤੁਸੀਂ ਅੰਦਾਜ਼ਾ ਲਗਾਓ ਕਿ ਪੋਹ ਦੇ ਮਹੀਨੇ ਸਰਦੀ ਵਿੱਚ ਇਹ ਕਿੰਨਾ ਠੰਡਾ ਹੋਵੇਗਾ, ਜਿਸ ਨੂੰ ਗਰਮੀ ਦੇ ਵਿੱਚ ਇਤਨਾ ਠੰਡਾ ਹੁੰਦਾ ਸੀ। ਅੱਜ ਤਨ ਢੱਕਣ ਦੇ ਲਈ ਕੋਈ ਕੰਬਲ, ਕੋਈ ਰਜਾਈ ਤੇ ਕੋਈ ਕੱਪੜਾ ਨਹੀਂ। ਠੰਡੇ ਫਰਸ਼ 'ਤੇ ਬੁੱਢੀ ਮਾਂ ਮਾਤਾ ਗੁਜਰੀ ਜੀ ਆਪਣੀ ਹਿੱਕ ਦੇ ਨਾਲ ਲਗਾ ਕੇ ਆਪਣੇ ਤਨ ਦੀ ਗਰਮੀ ਦੇ ਨਾਲ ਦੋਹੇ ਪੁੱਤਰਾਂ ਨੂੰ ਨਿੱਘ ਦੇ ਰਹੀ ਹੈ। ਕੋਈ ਰੋਟੀ ਪਾਣੀ ਨਹੀਂ। ਸ਼ਾਮ ਦਾ ਵੇਲਾ ਆਇਆ, ਠੰਡੀ ਸੀਤ ਹਵਾ ਚੱਲ ਰਹੀ ਸੀ। ਮਾਤਾ ਜੀ ਨੇ ਸੋਦਰ ਦਾ ਪਾਠ ਕੀਤਾ, ਅਰਦਾਸ ਕੀਤੀ, ਬੱਚਿਆਂ ਨੂੰ ਕੋਲ ਬਿਠਾ ਕੇ ਬੱਚਿਆਂ ਨੂੰ ਕਿਹਾ, ਕੱਲ੍ਹ ਨੂੰ ਪਤਾ ਨਹੀਂ ਕੀ ਭਾਣੇ ਵਾਪਰਨੇ ਹਨ, ਤੁਸੀਂ ਭੁੱਲਿਓ ਨਾ, ਤੁਹਾਡੀਆਂ ਰਗਾਂ ਦੇ ਵਿੱਚ ਤੱਤੀ ਤਵੀ 'ਤੇ ਬੈਠਣ ਵਾਲੇ ਗੁਰੂ ਅਰਜਨ ਦੇਵ ਜੀ ਦਾ ਖੂਨ ਹੈ। ਤੁਹਾਡੇ ਉੱਪਰ ਤੁਹਾਡੇ ਦਾਦੇ ਗੁਰੂ ਤੇਗ ਬਹਾਦਰ ਦਾ ਸਾਇਆ ਹੈ। ਬਸ ਇੱਕ ਗੱਲ ਕਦੀ ਨਾ ਭੁੱਲਿਓ, ਤੁਹਾਡੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ, ਜਿਸ ਨੇ ਜ਼ੁਲਮ ਦਾ ਨਾਸ਼ ਕਰਨ ਦੀ ਸਹੁੰ ਚੁੱਕੀ ਹੈ ਤੇ ਸਿੱਖੀ ਤੋਂ ਕਦੀ ਡੋਲਿਆ ਨਹੀਂ।
ਇਤਿਹਾਸਕਾਰਾਂ ਨੇ ਤਾਂ ਬਹੁਤ ਸੋਹਣੇ ਤਰੀਕੇ ਦੇ ਨਾਲ ਪੇਸ਼ ਕੀਤਾ। ਕਹਿੰਦੇ ਨੇ ਕਿ ਸਾਹਿਬਜ਼ਾਦੇ ਤੋਤਲੀਆਂ ਗੱਲਾਂ ਦੇ ਤੋਤਲੀਆਂ ਭਾਸ਼ਾ ਦੇ ਵਿੱਚ ਬੋਲੇ। कहने लगे दादी से बोले अपने सिपाही किधर गए, दरिया पे छोड़ के राही किधर गए, तड़पा के हाय सूरते माही किधर गए, अब्बा बघा के लश्करे शाही किधर गए। ये शाही रहन सहन सी। दादी माँ पिता जी ते दोहें वीरा जदों असीं मिलणगे तां कहंदे असीं उन्हां नाल बोलांगे नहीं जिवें एक छोटे बच्चे ਵੱਡਿਆਂ ਪ੍ਰਤੀ ਗਿਲਾ ਰੱਖਦੇ ਹਨ। ਅਤੇ ਕਹਿਣ ਲੱਗੇ ਕਿ ਅਸੀਂ ਹੁਣ ਆਪਣੀਆਂ ਗੱਲਾਂ ਮਨਾਵਾਂਗੇ, ਅਸੀਂ ਉਹਨਾਂ ਨਾਲ ਬੋਲਾਂਗੇ ਨਹੀਂ। ਮਾਤਾ ਗੁਜਰੀ ਨੇ ਦਿਲਾਸਾ ਦਿੱਤਾ ਅਤੇ ਕਿਹਾ ਕਿ ਤੁਸੀਂ ਪਿਤਾ ਅਤੇ ਵੀਰਾ ਦੇ ਨਾਲ ਜ਼ਰੂਰ ਲੜਨਾ। ਹੁਣ ਰਾਤ ਹੋ ਗਈ ਹੈ, ਮੇਰੀ ਗੋਦੀ ਦੇ ਵਿੱਚ ਆ ਜਾਓ ਅਤੇ ਸੌਂ ਜਾਓ। ਰਾਤ ਦੋਹਾਂ ਸਾਹਿਬਜ਼ਾਦਿਆਂ ਨੇ ਠਰਦਿਆਂ ਮਾਤਾ ਦੀ ਹਿੱਕ ਨਾਲ ਲੱਗ ਕੇ ਕੱਟੀ। ਅੰਮ੍ਰਿਤ ਵੇਲਾ ਹੋਇਆ, ਮਾਤਾ ਨੇ ਸਾਹਿਬਜ਼ਾਦਿਆਂ ਨੂੰ ਜਗਾਇਆ ਅਤੇ ਨਿਤਨੇਮ ਕੀਤਾ, ਬੱਚਿਆਂ ਨੂੰ ਸੁਣਾਇਆ। ਇੰਨੇ ਨੂੰ ਦੋ ਸਿਪਾਹੀ ਉਹਨਾਂ ਦੇ ਲੱਕ ਨਾਲ ਕਿਰਪਾਨਾਂ, ਹੱਥ ਵਿੱਚ ਨੇਜੇ ਤੇ ਦੇਖ ਕੇ ਮਾਤਾ ਜੀ ਨੇ ਕਿਹਾ ਹੁਣ ਹੋਣੀ ਵਾਪਰਨ ਲੱਗੀ। ਕਹਿਣ ਲੱਗੇ ਮਾਂ ਅਸੀਂ ਤੇਰੇ ਪੋਤਿਆਂ ਨੂੰ ਲੈਣ ਆਏ ਹਾਂ। ਅੱਜ ਪਹਿਲਾ ਮੌਕਾ ਸੀ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਬਾਅਦ ਦੋਹਾਂ ਪੋਤਰਿਆਂ ਨੇ, ਜਿਨ੍ਹਾਂ ਦੀ ਉਮਰ 5 ਸਾਲ ਤੇ 7 ਸਾਲ ਹੈ, ਦਾਦੀ ਤੋਂ ਕੁਝ ਸਮੇਂ ਲਈ ਵਿਛੜਨਾ। ਮਾਤਾ ਸਿਪਾਹੀਆਂ ਨੂੰ ਕਹਿੰਦੀ ਹੈ ਕਿ ਕਿਸ ਲਈ? ਸਿਪਾਹੀਆਂ ਕਿਹਾ ਕਿ ਸੂਬੇ ਦੇ ਕਚਹਿਰੀ 'ਚ ਇਹਨਾਂ ਦੀ ਪੇਸ਼ੀ ਹੈ। ਅਤੇ ਮਾਤਾ ਗੁਜਰੀ ਨੇ ਕਿਹਾ ਪੇਸ਼ੀ ਕਾਹਦੇ ਲਈ? ਇਹਨਾਂ ਨੇ ਕੀ ਕਸੂਰ ਕੀਤਾ ਹੈ? ਇਹਨਾਂ ਕਿਸੇ ਦਾ ਕਤਲ ਨਹੀਂ ਕੀਤਾ, ਕਿਸੇ ਦਾ ਘਰ ਨਹੀਂ ਲੁੱਟਿਆ, ਫਿਰ ਪੇਸ਼ੀ ਕਿਉਂ? ਸਿਪਾਹੀ ਬੋਲੇ ਅਸੀਂ ਹਕੂਮਤ ਦੇ ਬੰਦੇ ਹਾਂ ਮਾਤਾ। ਦੋਹਾਂ ਸਾਹਿਬਜ਼ਾਦੇ ਉੱਠੇ, ਮਾਤਾ ਨੂੰ ਮੱਥਾ ਟੇਕਿਆ। ਤੁਰਦਿਆਂ ਤੁਰਦਿਆਂ ਦਾਦੀ ਨੇ ਦੋਹਾਂ ਪੁੱਤਰਿਆਂ ਨੂੰ ਕੁੱਟ ਕੇ ਗਲਵਕੜੀ ਪਾਈ ਅਤੇ ਕਿਹਾ ਮਾਂ ਤੂੰ ਭਰੋਸਾ ਰੱਖੀ, ਅਸੀਂ ਤੇਰੇ ਪੋਤੇ ਹਾਂ, ਮਰ ਜਾਵਾਂਗੇ ਪਰ ਝੁਕਾਂਗੇ ਨਹੀਂ। ਇਤਿਹਾਸਕਾਰਾਂ ਨੇ ਤਾਂ ਬੜੇ ਸੋਹਣੇ ਤਰੀਕੇ ਨਾਲ ਇਹ ਦ੍ਰਿਸ਼ ਸਜਾਇਆ ਹੈ। ਇੱਕ ਕਵੀ ਤਾਂ ਇਹ ਵੀ ਲਿਖਦਾ ਹੈ ਕਿ ਜਦੋਂ ਜਾਣ ਲੱਗੇ ਤਾਂ ਉਹਨਾਂ ਨੂੰ ਪਹਿਲਾਂ ਤਿਆਰ ਕੀਤਾ ਗਿਆ। ਜਾने से पहले आओ गले से लगा तो लूँ, केसों को कंघी करूँ, जरा मुँह धुला तो लूँ, प्यारे सरों पे नन्ही से कलगी सजा तो लूँ, मरने से पहले तुमको दूल्हा बुला तो लूँ। ਕਹਿੰਦੇ ਹਨ ਕਿ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਸੁੱਚਾ ਆਨੰਦ ਲੈ ਕੇ ਗਿਆ, क्योंकि योगी अल्लाह यार खान ने इसका जिक्र किया है। बच्चों को लेने आए गर्ज चंद, सरदार इनका कहते हैं सुच्चा आनंद था। वज़ीर खान ने बच्चों ਨੂੰ ਜਦੋਂ ਕੋਰਟ ਕਚਹਿਰੀ ਦੇ ਵਿੱਚ ਪਹੁੰਚੇ ਨਾ ਤਾਂ ਵਜ਼ੀਰ ਖਾਨ ਨੇ ਬੱਚਿਆਂ ਨੂੰ ਕਿਹਾ ਬੱਚਿਓ ਤੁਹਾਡੇ ਪਿਤਾ ਗੋਬਿੰਦ ਸਿੰਘ ਸ਼ਹੀਦ ਕਰ ਦਿੱਤੇ ਗਏ ਹਨ, ਦੋਹੇ ਭਰਾ ਵੀ ਮਾਰ ਦਿੱਤੇ ਗਏ ਹਨ, ਤੁਸੀਂ ਮੁਸਲਮਾਨ ਧਰਮ ਬਣ ਜਾਓ, ਅਡਾਪਟ ਕਰ ਲਓ, ਤੁਹਾਨੂੰ ਬਖਸ਼ ਦਿੱਤਾ ਜਾਵੇ। ਤੇ ਬੱਚਿਆਂ ਨੇ ਜਵਾਬ ਦਿੱਤਾ ਕਿ ਐਸਾ ਕੋਈ ਮਾਈ ਦਾ ਲਾਲ ਨਹੀਂ ਜੰਮਿਆ ਤੇ ਐਸੀ ਕੋਈ ਤੇਗ ਨਹੀਂ ਬਣੀ ਜੋ ਸਾਡੇ ਪਿਤਾ ਨੂੰ ਸ਼ਹੀਦ ਕਰ ਸਕੇ। ਹਮਰੇ ਬੰਸ ਰੀਤ ਇਹ ਆਈ, ਸੀਸ ਦੇਤ ਪਰ ਧਰਮ ਨਾ ਜਾਈ। ਗੁਰੂ ਪਿਆਰਿਓ, ਇਹ ਤਾਂ 10 ਪੋਹ ਦਾ ਇਤਿਹਾਸ ਹੈ। ਅਗਲਾ ਜਿਸ ਤਰ੍ਹਾਂ ਦਿਨ ਆਏਗਾ ਉਹ ਅਸੀਂ ਸਾਂਝਾ ਕਰਾਂਗੇ। ਦੂਜੇ ਪਾਸੇ 10ਮ ਪਾਤਸ਼ਾਹ ਗੁਰੂ ਸਾਹਿਬ ਜੋ ਮਾਛੀਵਾੜੇ ਤੋਂ ਹੀ ਔਰੰਗਜ਼ੇਬ ਦੇ ਨਾਲ ਉਸ ਦੀਆਂ ਫਰੇਬਕਾਰੀ ਨੀਤੀਆਂ ਪ੍ਰਤੀ ਇੱਕ ਪੱਤਰ ਲਿਖਦੇ ਹਨ, ਜਿਸ ਦਾ ਨਾਮ ਫਤਿਹਨਾਮਾ ਰੱਖਿਆ ਉਹਨਾਂ ਨੇ, ਜਿਸ ਵਿੱਚ ਔਰੰਗਜ਼ੇਬ ਜੋ ਉਸ ਸਮੇਂ ਦੱਖਣ ਵੱਲ ਚਲਾ ਗਿਆ ਸੀ ਜਿੱਥੇ ਮਰਹੱਟਿਆਂ ਨੇ ਬਗਾਵਤ ਕੀਤੀ ਹੋਈ ਸੀ, ਔਰੰਗਜ਼ੇਬ ਨੂੰ ਉਸ ਦੀਆਂ ਫਰੇਬਕਾਰੀਆਂ ਨੀਤੀਆਂ ਦਾ ਗਿਆਨ ਕਰਵਾਇਆ ਸੀ ਤਾਂ ਕਿਹਾ ਸੀ ਕਿ ਤੈਨੂੰ ਤੇਰਾ ਨਾਮ ਔਰੰਗਜ਼ੇਬ ਢੁੱਕਦਾ ਨਹੀਂ, ਕਿਉਂਕਿ ਤੇਰੇ ਹੱਥ ਵਿੱਚ ਤੇਰੇ ਹੱਥ ਆਪਣੇ ਪਿਤਾ ਦੇ ਖੂਨ ਨਾਲ ਰੰਗੇ ਹੋਏ ਹਨ, ਤੂੰ ਆਪਣੇ ਭਰਾਵਾਂ ਦਾ ਵੀ ਕਾਤਲ ਹੈ, ਤੈਨੂੰ ਆਪਣੇ ਰਾਜ ਉੱਤੇ ਮਾਣ ਹੈ ਅਤੇ ਮੈਨੂੰ ਆਪਣੇ ਕਰਤਾਰ ਉੱਤੇ ਮਾਣ ਹੈ। ਕੀ ਹੋਇਆ? ਤੇਰੇ ਗਿੱਦੜ ਦੇ ਸਾਥੀਆਂ ਨੇ ਸ਼ੇਰ ਦੇ 2 ਬੱਚਿਆਂ ਭਾਵ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਧੋਖੇ ਨਾਲ ਮਾਰ ਦਿੱਤਾ। ਮੈਨੂੰ ਤੇਰੀਆਂ ਕਸਮਾਂ 'ਤੇ ਕੋਈ ਇਤਬਾਰ ਨਹੀਂ। ਅੰਤ ਵਿੱਚ ਗੁਰੂ ਸਾਹਿਬ ਨੇ ਕਿਹਾ ਕਿ ਜੇ ਅਜੇ ਵੀ ਤੇਰੀ ਲੜਨ ਦੀ ਇੱਛਾ ਹੈ ਤਾਂ ਆ ਮੈਦਾਨ ਦੇ ਵਿੱਚ ਦੋਹੇ ਮੁਕਾਬਲਾ ਕਰ ਲਵਾਂਗੇ, ਅਜੇ ਤੱਕ ਤੈਨੂੰ ਕੋਈ ਜੰਗ ਜਵਾਨ ਨਹੀਂ ਟੱਕਰਿਆ। ਫਤਿਹਨਾਮੇ ਦੇ ਕੁੱਲ 23.5 ਸ਼ੇਰ ਹੀ ਮਿਲਦੇ ਹਨ ਜੋ ਅੱਜ ਵੀ ਮਾਛੀਵਾੜਾ ਸਾਹਿਬ ਵਿਖੇ ਲਿਖੇ ਹੋਏ ਪਏ ਹਨ। ਬਾਅਦ ਵਿੱਚ ਇਹ ਫਤਿਹਨਾਮਾ ਗੁਰੂ ਸਾਹਿਬ ਜੀ ਨੇ ਜਦੋਂ ਲੰਮੇ ਜੱਟਪੁਰੇ ਪੁੱਜੇ ਤਾਂ ਭਾਈ ਦਇਆ ਸਿੰਘ ਜੀ ਦੇ ਹੱਥ ਔਰੰਗਜ਼ੇਬ ਨੂੰ ਭੇਜਿਆ ਸੀ।
ਦੂਸਰੇ ਪਾਸੇ ਹੁਣ ਗੁਰੂ ਸਾਹਿਬ ਜਦੋਂ ਗਨੀ ਖਾਂ ਅਤੇ ਨਬੀ ਖਾਂ ਦੇ ਠਹਿਰੇ ਉਹਨਾਂ ਦੇ ਘਰ ਠਹਿਰੇ ਹੋਏ ਸਨ ਤਾਂ ਮਾਤਾ ਗੁਰਦੇਈ ਨੇ ਜੋ ਉਹਨਾਂ ਨੂੰ ਕੱਪੜਾ ਭੇਟਾ ਕੀਤਾ ਸੀ, ਹੁਣ ਉਸ ਇਲਾਕੇ ਦੇ ਵਿਚਕਾਰ ਵੀ ਗੁਰੂ ਸਾਹਿਬ ਜੀ ਦੀ ਚਰਚਾ ਹੋਣ ਲੱਗ ਗਈ। ਤਾਂ ਗਨੀ ਖਾਂ ਅਤੇ ਨਬੀ ਖਾਂ ਨੇ ਗੁਰੂ ਸਾਹਿਬ ਨੇ ਇਹਨਾਂ ਦੋਹਾਂ ਭਰਾਵਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਇੱਥੋਂ ਚਲਦਾ ਕੀਤਾ ਜਾਵੇ। ਤਾਂ ਕਹਿੰਦੇ ਹਨ ਫਿਰ ਉਹਨਾਂ ਨੇ ਇੱਕ ਸਕੀਮ ਲਗਾਈ ਜੋ ਜਿਸ ਤਰ੍ਹਾਂ ਕਿ ਆਪਣੇ ਸਿੱਖ ਪਰਿਵਾਰਾਂ ਦੇ ਵਿੱਚ ਹੈ, ਬੇਦੀ, ਭੱਲੇ, ਸੋਢੀ ਪਰਿਵਾਰ ਹਨ, ਇਹਨਾਂ ਦੀ ਇੱਕ ਬੜੀ ਮਾਨਤਾ ਮੰਨੀ ਜਾਂਦੀ ਹੈ ਕਿਉਂਕਿ ਗੁਰੂ ਵੰਸ਼ ਦੇ ਵਿੱਚੋਂ ਮੰਨੀ ਜਾਂਦੀ। ਇਸੇ ਤਰ੍ਹਾਂ ਪਾਕਿਸਤਾਨ ਦੇ ਉੱਚ ਇਲਾਕੇ ਦੇ ਜੋ ਰਿਆਸਤ ਬਹਾਵਲਪੁਰ ਦੀ ਤਹਿਸੀਲ ਅਹਿਮਦਪੁਰੀਆ ਵਿੱਚ ਹੈ, ਗੁਰੂ ਸਾਹਿਬ ਨੂੰ ਉਸ ਇਲਾਕੇ ਦੇ ਜਿਤਨੇ ਵੀ ਸੈਯਦ ਮੁਸਲਮਾਨ ਹਨ ਉਹ ਉੱਚ ਦੇ ਪੀਰ ਕਹਾਏ ਜਾਂਦੇ ਹਨ ਔਰ ਉਸ ਇਲਾਕੇ ਦੇ ਵਿਚਕਾਰ ਉਹਨਾਂ ਦੀ ਬਹੁਤ ਮਾਨਤਾ ਹੁੰਦੀ ਹੈ। ਮੁਸਲਮਾਨ ਉਹਨਾਂ ਦੀ ਬਹੁਤ ਮਾਨਤਾ ਹੈ। ਤੋ ਇਸ ਕਰਕੇ ਉਹਨਾਂ ਨੇ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾਉਣ ਦਾ ਫੈਸਲਾ ਕੀਤਾ ਅਤੇ ਜਿਹੜਾ ਕੱਪੜਾ ਮਾਤਾ ਗੁਰਦੇਈ ਭੇਟਾ ਕਰਕੇ ਗਈ ਸੀ ਉਸ ਕੱਪੜੇ ਨੂੰ ਨੀਲੇ ਰੰਗ ਦੇ ਵਿੱਚ ਰੰਗਵਾ ਲਿਆ ਗਿਆ। ਤਾਂ ਗੁਰੂ ਸਾਹਿਬ ਜੀ ਨੂੰ ਜੋ ਉੱਚ ਦੇ ਪੀਰਾਂ ਦਾ ਪਹਿਰਾਵਾ ਹੁੰਦਾ ਹੈ, ਉਹਨਾਂ ਨੂੰ ਕੇਸ ਉਹਨਾਂ ਦੇ ਖੋਲ੍ਹ ਦਿੱਤੇ ਗਏ ਅਤੇ ਉੱਪਰ ਦਸਤਾਰ ਬੰਨ੍ਹ ਦਿੱਤੀ ਗਈ। ਕੇਸ ਖੋਲ੍ਹ ਕੇ ਪਾਲਕੀ ਦੇ ਉੱਪਰ ਬਿਠਾ ਦਿੱਤਾ ਗਿਆ। ਉਹ ਖੁੱਲ੍ਹੇ ਕੇਸਾਂ ਦੇ ਉੱਪਰ ਦਸਤਾਰ ਸਜਾਏਗੀ। ਅੱਜ ਵੀ ਜੇ ਸਿੰਧ ਦੇ ਇਲਾਕੇ ਦੇ ਮੁਸਲਮਾਨ ਜਿਹੜੇ ਹਨ ਉਹ ਇਹੀ ਪਹਿਰਾਵਾ ਪਹਿਨਦੇ ਹਨ। ਸੋ ਗਨੀ ਖਾਂ ਜਦੋਂ ਇਹ ਪਾਲਕੀ ਨੂੰ, ਗਨੀ ਖਾਂ ਅਤੇ ਨਬੀ ਖਾਂ ਨੇ ਪਾਲਕੀ ਨੂੰ ਅਗਲੇ ਦੋਹਾਂ ਪਾਵਿਆਂ ਤੋਂ ਚੁੱਕਿਆ। ਪਿਛਲੇ ਦੋਹੇ ਪਾਵੇ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਨੇ ਚੱਕਿਆ। ਉਹਨਾਂ ਨੇ ਮੁਸਲਮਾਨੀ ਪਹਿਰਾਵਾ ਪਾਇਆ ਹੋਇਆ ਸੀ। ਭਾਈ ਦਇਆ ਸਿੰਘ ਜੀ ਮੋਰਾਂ ਦੇ ਖੰਭ ਦਾ ਇੱਕ ਚੋਰ ਲੈ ਕੇ ਹੱਥ ਵਿੱਚ ਅਤੇ ਗੁਰੂ ਸਾਹਿਬ ਜੀ ਨੂੰ ਚੋਰ ਕਰਦੇ ਰਹੇ। ਗਨੀ ਖਾਂ ਅਤੇ ਨਬੀ ਖਾਂ ਦਾ ਉਸ ਇਲਾਕੇ ਦੇ ਵਿੱਚ ਚੰਗਾ ਰਸੂਖ ਸੀ। ਜਦੋਂ ਜਾ ਰਹੇ ਸਨ ਤਾਂ ਰਸਤੇ ਦੇ ਵਿਚਕਾਰ ਥਾਂ ਥਾਂ 'ਤੇ ਮੁਗਲ ਪਹਿਰਾ ਲੱਗਿਆ ਹੋਇਆ ਸੀ। ਹੁਣ ਪੀਰ ਦੀ ਪਾਲਕੀ ਦੇ ਜਦੋਂ ਸਿਪਾਹੀਆਂ ਦੇ ਕੋਲੋਂ ਲੰਘੀ ਤਾਂ ਸਿਪਾਹੀ ਦਸਤੇ ਦੇ ਮੁਖੀ ਦਲੇਰ ਖਾਂ ਕੈਂਪ ਵਿੱਚੋਂ ਬਾਹਰ ਨਿਕਲਿਆ ਅਤੇ ਪੀਰ ਨੂੰ ਸਲਾਮ ਕੀਤੀ, ਭਾਵ ਗੁਰੂ ਗੋਬਿੰਦ ਸਿੰਘ ਜੀ ਨੂੰ ਸਲਾਮ ਕੀਤੀ। ਜਦੋਂ ਗਨੀ ਖਾਂ ਅਤੇ ਨਬੀ ਖਾਂ ਨੇ ਕਿਹਾ ਕਿ ਇਹ ਸਾਡੇ ਉੱਚ ਦੇ ਪੀਰ ਹਨ ਤਾਂ ਉਹਨਾਂ ਨੇ ਇੱਕ ਇਲਾਕੇ ਦੇ ਮੁਅੱਜ਼ਜ਼ ਬੰਦੇ ਦੀ ਗਵਾਹੀ ਮੰਗੀ ਅਤੇ ਮਾਸ ਖਾਣ ਬਾਰੇ ਕਿਹਾ। ਤਾਂ ਉਸ ਸਮੇਂ ਗਨੀ ਖਾਂ ਅਤੇ ਨਬੀ ਖਾਂ ਜੀ ਨੇ ਕਿਹਾ ਕਿ ਸਾਡੇ ਪੀਰਾਂ ਦੇ ਹੁਣ ਰੋਜ਼ੇ ਚੱਲ ਰਹੇ ਹਨ, ਇਹਨਾਂ ਦਿਨਾਂ ਦੇ ਵਿੱਚ ਮਾਸ ਨਹੀਂ ਖਾਂਦੇ। ਤੋ ਗਵਾਹੀ ਉਹਦੀ ਮੰਗੀ ਗਈ। ਤਾਂ ਇੱਕ ਇਤਿਹਾਸਕਾਰ ਨੇ ਲਿਖਿਆ ਹੈ ਕਿ ਸੈਯਦ ਅਨਾਇਤ ਖਲੀ ਨੂਰਪੁਰੀਆ ਨਾਂ ਦਾ, ਜੋ ਕਿ ਗੁਰੂ ਸਾਹਿਬ ਜੀ ਦਾ ਕਿਸੇ ਸਮੇਂ ਸੰਸਕ੍ਰਿਤ ਅਤੇ ਉਰਦੂ ਦਾ ਉਸਤਾਦ ਸੀ, ਉਹ ਉਸ ਇਲਾਕੇ ਦਾ ਰਹਿਣ ਵਾਲਾ ਸੀ। ਉਸ ਨੇ ਗਵਾਹੀ ਦਿੱਤੀ ਕਿ ਹਾਂ ਮੈਂ ਜਾਣਦਾ ਹਾਂ ਕਿ ਇਹ ਤਾਂ ਪੀਰਾਂ ਦੇ ਪੀਰ ਹਨ। ਅਤੇ ਗੁਰੂ ਜੀ ਨੇ ਦੋਹਾਂ ਭਰਾਵਾਂ ਨੇ ਜਦੋਂ ਉਸ ਟਾਈਮ ਉਹਨਾਂ ਨੂੰ ਜਾਣ ਦੇ ਦਿੱਤਾ ਗਿਆ ਉੱਥੋਂ, ਤਾਂ ਗੁਰੂ ਜੀ ਨੂੰ ਜਦੋਂ ਅੱਗੇ ਦੋਹਾਂ ਭਰਾਵਾਂ ਨੇ ਕਟਾਣੀ ਪਹੁੰਚਾ ਦਿੱਤਾ ਤਾਂ ਜਿੱਥੇ ਦੋਹਾਂ ਭਰਾਵਾਂ ਨੂੰ ਗੁਰੂ ਸਾਹਿਬ ਨੇ ਵਾਪਸ ਮੋੜ ਦਿੱਤਾ। ਗੁਰੂ ਸਾਹਿਬ ਕਟਾਣੀ ਤੋਂ ਉਸੇ ਨੀਲੇ ਬਾਣੇ ਦੇ ਵਿੱਚ ਪਿੰਡ ਘੁੰਗਰਾਲੀ ਵਿਖੇ ਪੁੱਜੇ, ਜੋ ਮਾਛੀਵਾੜੇ ਤੋਂ 12 ਮੀਲ ਦੂਰੀ 'ਤੇ ਹੈ। ਜਿੱਥੇ ਉਹ ਨੱਥੂ ਮਿਸਤਰੀ ਦੇ ਕੋਲ ਗਏ, ਉਹਨਾਂ ਨੇ ਨੱਥੂ ਮਿਸਤਰੀ ਦੇ ਕੋਲੋਂ ਇੱਕ ਕਮਾਨ, ਕੁਝ ਤੀਰ, 2 ਤਲਵਾਰਾਂ ਲਈਆਂ। ਉਸੇ ਪਿੰਡ ਦਾ ਇੱਕ ਨੰਬਰਦਾਰ ਫੱਤਾ ਗੁਰੂ ਸਾਹਿਬ ਜੀ ਦੇ ਕੋਲ ਆਇਆ ਅਤੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗਿਆ ਕਿ ਮੈਨੂੰ ਕੋਈ ਸੇਵਾ ਦੱਸੋ। ਪਰ ਗੁਰੂ ਸਾਹਿਬ ਜੀ ਨੇ ਉਸ ਨੂੰ ਕਿਹਾ ਕਿ ਤੂੰ ਮੈਨੂੰ ਆਪਣੀ ਘੋੜੀ ਦੇ ਦੇ। ਬਾਅਦ ਦੇ ਵਿੱਚ ਉਹ ਡਰ ਗਿਆ ਕਿ ਜੇ ਮੈਂ ਘੋੜੀ ਦਿੱਤੀ ਅਤੇ ਮੇਰੇ ਨਾਲ ਮੁਗਲ ਹਕੂਮਤ ਕੋਈ ਗਲਤ ਵਰਤਾਰਾ ਨਾ ਕਰ ਦੇਵੇ। ਇਸ ਡਰ ਦੇ ਵਿੱਚ ਉਸਨੇ ਘੋੜੀ ਦਾ ਜਵਾਬ ਦਿੱਤਾ, ਪਰ ਉਹ ਮੁੱਕਰ ਗਿਆ। ਤੋਂ ਕੁਝ ਸਮੇਂ ਬਾਅਦ ਉਸ ਘੋੜੀ ਨੂੰ ਸੱਪ ਨੇ ਡੰਗ ਲਿਆ ਅਤੇ ਉਹ ਘੋੜੀ ਮਰ ਗਈ। ਗੁਰੂ ਸਾਹਿਬ ਇੱਥੋਂ ਪਿੰਡ ਲੱਲਾ, ਜੋ ਘੁੰਗਰਾਲੀ ਤੋਂ 13 ਮੀਲ ਦੂਰੀ 'ਤੇ ਪੁੱਜੇ। ਲੱਲ ਤੋਂ ਕਨੇਚ, ਰਾਮਪੁਰ, ਆਲਮਗੀਰ, ਜੋਧਾ, ਮੋਹੀ, ਢੇਰਾਂ, ਸਿਲਵਾਣੀ ਤੋਂ ਹੁੰਦੇ ਹੋਏ ਪਿੰਡ ਲੰਮੇ ਜੱਟਪੁਰੇ ਪੁੱਜੇ। ਸੋ ਗੁਰੂ ਪਿਆਰਿਓ, ਇਹ ਇਤਿਹਾਸ, ਚਾਹੇ ਗੁਰੂ ਗੋਬਿੰਦ ਸਿੰਘ ਵਾਲਾ ਇਤਿਹਾਸ ਜੋ ਆਪ ਜੀ ਨੂੰ ਅੱਜ ਸੁਣਾਇਆ ਹੈ, ਇਹ 10 ਪੋਹ ਦਾ ਤਾਂ ਨਹੀਂ, ਕੁਛ ਦਿਨਾਂ ਦਾ ਇਤਿਹਾਸ ਹੈ। ਪਰੰਤੂ ਜੋ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਇਤਿਹਾਸ ਹੈ ਉਹ 10 ਪੋਹ ਦਾ ਇਤਿਹਾਸ ਹੈ। ਗੁਰੂ ਪਿਆਰਿਓ, ਇਹ ਇਤਿਹਾਸ ਨੂੰ ਚੰਗੀ ਤਰ੍ਹਾਂ ਆਪ ਆਪਣੇ ਬੱਚਿਆਂ ਨੂੰ ਦਸੀਏ ਤਾਂ ਜੋ ਸਾਡੇ ਬੱਚੇ ਗੁਰੂ ਘਰ ਦੇ ਨਾਲ ਜੁੜ ਕੇ
ਉਹਨਾਂ ਦੇ ਮਨਾਂ ਦੇ ਅੰਦਰ ਗੁਰਸਿੱਖੀ ਦਾ ਕਿੱਥੇ ਜੋਤ ਜਗ ਜਾਵੇ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ। ਗਲਤੀਆਂ ਦੀ ਖਿਮਾ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।